ਤੁਹਾਡਾ ਇਲੈਕਟ੍ਰੀਕਲ ਮਾइंड मेकर यूट्यूब ਚੈਨਲ ਤੇ ਸਵਾਗਤ ਹੈ। ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈ PSTCL ਔਰ PSPCL ਦੇ ਵਿੱਚ ਲਾਈਨਮੈਨ ਦੀ ਭਰਤੀ ਦੇ ਲਈ ਤਿਆਰੀ ਵਜੋਂ ਅਸੀਂ 500 ਕੁਐਸਚਨ ਜਿਹੜੇ ਇਲੈਕਟ੍ਰੀਕਲ ਫੀਲਡ ਨਾਲ ਰਿਲੇਟਡ ਨੇ ਉਹਨਾਂ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਹੈ। ਸੋ ਕਲਾਸ ਨੰਬਰ 5 ਦੇ ਵਿੱਚ ਅਸੀਂ ਜਾਣਾਂਗੇ ਉਸ ਤੋਂ ਜਿਹੜੇ ਨੈਕਸਟ ਕੁਐਸਚਨ ਨੇ ਉਹਨਾਂ ਦੇ ਬਾਰੇ ਇਲੈਕਟ੍ਰੀਕਲ MCQs। ਸੋ ਅੱਜ ਦੀ ਵੀਡੀਓ ਦਾ ਕੁਐਸਚਨ ਨੰਬਰ 61 ਹੈ। ਇਸ ਤੋਂ ਪਹਿਲਾਂ ਜਿਹੜੇ ਕੁਐਸਚਨ ਨੇ ਉਹ ਅਸੀਂ ਕਲਾਸ ਜਿਹੜੀਆਂ 4 ਪਹਿਲਾਂ ਲਗਾ ਚੁੱਕੇ ਹਾਂ ਉਹਨਾਂ ਦੇ ਵਿੱਚ ਜਾਣਿਆ ਸੀ। ਸੋ ਪਹਿਲਾ ਕੁਐਸਚਨ ਅੱਜ ਦੀ ਕਲਾਸ ਦਾ, ਜ਼ਿਆਦਾ ਫ੍ਰੀਕੁਐਂਸੀ ਤੇ ਕੰਡਕਟਰ ਵਿੱਚੋਂ ਕਰੰਟ ਸਿਰਫ ਉੱਪਰਲੀ ਸਤ੍ਹਾ ਤੋਂ ਹੀ ਵਹਿੰਦਾ ਹੈ, ਇਸ ਨੂੰ ਕਿਹੜਾ ਪ੍ਰਭਾਵ ਕਹਿੰਦੇ ਹਨ? ਯਾਨੀ ਕਿ ਜਦੋਂ ਫ੍ਰੀਕੁਐਂਸੀ ਜ਼ਿਆਦਾ ਹੁੰਦੀ ਹੈ ਤਾਂ ਕੰਡਕਟਰ ਦੇ ਬਾਹਰਲੀ ਸਰਫੇਸ ਦੇ ਉੱਪਰੋਂ ਹੀ ਕਰੰਟ ਫਲੋ ਕਰਦਾ ਹੈ। ਇਸ ਇਫੈਕਟ ਦੇ ਬਾਰੇ ਪੁੱਛਿਆ, ਕਿਹੜਾ ਇਫੈਕਟ ਹੈ? ਆਪਸ਼ਨ A ਹੈ ਕੋਰ ਪ੍ਰਭਾਵ, B ਐਡੀ ਕਰੰਟ ਪ੍ਰਭਾਵ, C ਸਕਿਨ ਪ੍ਰਭਾਵ ਔਰ D ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦੇ ਨਾਲ ਹੀ ਅਸੀਂ ਜਾਣ ਲਈਏ ਕਿ ਕੁਐਸਚਨ ਦੇ ਵਿੱਚ ਕਿਸ ਬਾਰੇ ਗੱਲ ਕੀਤੀ ਹੈ। ਮੰਨ ਲਓ ਇੱਕ ਕੰਡਕਟਰ ਹੈ, ਇਸ ਦੇ ਵਿੱਚ ਜਦੋਂ ਅਸੀਂ AC ਸਪਲਾਈ ਪਾਸ ਕਰਾਉਣੇ ਆ ਤਾਂ ਜਿਵੇਂ ਅਸੀਂ ਜਾਣਦੇ ਹਾਂ ਕਿ ਇੰਡੀਆ ਦੇ ਵਿੱਚ ਜਿਹੜੀ ਫ੍ਰੀਕੁਐਂਸੀ ਹੈ ਉਹ 50 ਹਰਟਸ ਹੈਗੀ ਹੈ, ਲੇਕਿਨ ਜਦੋਂ ਵੀ ਫ੍ਰੀਕੁਐਂਸੀ ਵੱਧਦੀ ਹੈ ਤਾਂ ਜਿਹੜਾ ਚੇਂਜ ਹੁੰਦਾ ਹੈ ਕਰੰਟ ਦੀ ਵੇਵ ਚੇਂਜ ਹੁੰਦੀ ਹੈ ਤਾਂ ਜਿਹੜਾ ਕਰੰਟ ਆ ਉਹ ਬਾਹਰਲੀ ਸਤ੍ਹਾ ਤੋਂ ਹੀ, ਸੈਂਟਰ ਵਿੱਚ ਨਹੀਂ ਪੂਰਾ ਕਰੰਟ ਪਾਸ ਹੁੰਦਾ, ਬਾਹਰਲੀ ਸਤ੍ਹਾ ਤੋਂ ਹੀ ਆਪਣੀ ਡਾਇਰੈਕਸ਼ਨ ਚੇਂਜ ਕਰ ਲੈਂਦਾ। ਤਾਂ ਜਿਹੜਾ ਇਹ ਇਫੈਕਟ ਦੇ ਬਾਰੇ ਪੁੱਛਿਆ ਕਿ ਇਹ ਕਿਹੜਾ ਇਫੈਕਟ ਹੈਗਾ, ਉਸ ਦੇ ਵਿੱਚ ਅਸੀਂ ਜਿਹੜੇ ਆਪਸ਼ਨ ਦਿੱਤੀਆਂ ਨੇ ਕੋਰ ਇਫੈਕਟ, ਐਡੀ ਕਰੰਟ ਇਫੈਕਟ, ਸਕਿਨ ਇਫੈਕਟ। ਤਾਂ ਇਸ ਦੇ ਵਿੱਚ ਜਿਹੜਾ ਸਕਿਨ ਇਫੈਕਟ ਹੈਗਾ ਇਸ ਪ੍ਰਭਾਵ ਨੂੰ ਅਸੀਂ ਕਹਿੰਦੇ ਹਾਂ ਕਿ ਜਦੋਂ ਕਰੰਟ ਵਿੱਚੋਂ ਜ਼ਿਆਦਾ ਫ੍ਰੀਕੁਐਂਸੀ ਤੇ ਕਰੰਟ ਫਲੋ ਹੁੰਦਾ ਹੈ ਤਾਂ ਉਹ ਅੰਦਰ ਦੀ ਵਹਿਣ ਦੀ ਬਜਾਏ ਬਾਹਰੀ ਸਤ੍ਹਾ ਤੋਂ ਹੀ ਵਹਿੰਦਾ ਹੈਗਾ, ਤਾਂ ਉਸ ਨੂੰ ਅਸੀਂ ਸਕਿਨ ਇਫੈਕਟ ਕਹਿੰਦੇ ਹੈਗੇ ਹਾਂ। ਸੋ ਇਸ ਕੁਐਸਚਨ ਦਾ ਆਪਸ਼ਨ C ਸਹੀ ਹੈ, ਸਕਿਨ ਇਫੈਕਟ। ਨੈਕਸਟ ਕੁਐਸਚਨ ਹੈ, ਚੁੰਬਕੀ ਪਦਾਰਥ ਦਾ ਉਹ ਗੁਣ ਜੋ ਫਲਕਸ ਬਣਨ ਦੇ ਵਿੱਚ ਵਿਰੋਧ ਪ੍ਰਦਾਨ ਕਰਦਾ ਹੈ ਉਹ ਕੀ ਅਖਵਾਉਂਦਾ ਹੈ? ਯਾਨੀ ਕਿ ਇੱਕ ਜਿਹੜਾ ਮਟੀਰੀਅਲ ਆ ਚੁੰਬਕੀ ਪਦਾਰਥ ਹੈ ਉਸ ਨੂੰ ਅਸੀਂ ਜੇ ਉਸ ਦੇ ਵਿੱਚ ਫਲਕਸ ਨੂੰ ਰੋਕਦੇ ਹਾਂ, ਜਿਹੜੀਆਂ ਚੁੰਬਕੀ ਖੇਤਰ ਬਣਦਾ ਉਸ ਦਾ ਵਿਰੋਧ ਹੁੰਦਾ ਤਾਂ ਉਸ ਕਿਸ ਦੇ ਕਾਰਨ ਹੁੰਦਾ ਹੈ? ਆਪਸ਼ਨ A ਰੈਜ਼ਿਸਟੈਂਸ, B ਰਿਟੈਂਟਿਵਿਟੀ, C ਰਿਲੈਕਟੈਂਸ ਔਰ D MMF ਯਾਨੀ ਕਿ ਮੈਗਨੈਟੋ ਮੋਟਿਵ ਫੋਰਸ। ਤਾਂ ਕਿਸੇ ਚੁੰਬਕੀ ਪਦਾਰਥ ਦਾ ਜਿਹੜਾ ਗੁਣ ਹੈਗਾ ਉਹ ਫਲਕਸ ਨੂੰ ਬਣਨ ਤੋਂ ਰੋਕਣ ਦਾ ਜਿਹੜਾ ਪੁੱਛੀ ਗਈ ਹੈ ਆਪਸ਼ਨ, ਉਸ ਨੂੰ ਅਸੀਂ ਰਿਲੈਕਟੈਂਸ ਕਹਿੰਦੇ ਹਾਂ। ਜਿਵੇਂ ਕਰੰਟ ਦੇ ਰਾਸਤੇ ਰੁਕਾਵਟ ਨੂੰ ਅਸੀਂ ਰੈਜ਼ਿਸਟੈਂਸ ਕਹਿੰਦੇ ਹਾਂ, ਉਵੇਂ ਚੁੰਬਕੀ ਪਦਾਰਥ ਦੇ ਰਾਸਤੇ ਜਿਹੜੇ ਚੁੰਬਕੀ ਫਲਕਸ ਬਣ ਰਿਹਾ ਉਸ ਦੇ ਵਿੱਚ ਜਿਹੜਾ ਵਿਰੋਧ ਪ੍ਰਦਾਨ ਕਰਦਾ ਜਿਹੜਾ ਗੁਣ ਹੈ ਉਸ ਨੂੰ ਅਸੀਂ ਰਿਲੈਕਟੈਂਸ ਕਹਿੰਦੇ ਹਾਂ। ਤਾਂ ਇਹ ਸੇਮ ਉਸੇ ਤਰ੍ਹਾਂ ਹੈਗਾ ਜਿਵੇਂ ਬਿਜਲੀ ਸਰਕਟ ਦੇ ਵਿੱਚ ਕਰੰਟ ਦੇ ਰਾਸਤੇ ਰੁਕਾਵਟ ਨੂੰ ਅਸੀਂ ਰੈਜ਼ਿਸਟੈਂਸ ਕਹਿੰਦੇ ਹਾਂ ਔਰ ਚੁੰਬਕੀ ਪਦਾਰਥ ਦੇ ਰਾਸਤੇ ਰੁਕਾਵਟ ਨੂੰ ਰਿਲੈਕਟੈਂਸ ਕਹਿੰਦੇ ਹਾਂ। ਤਾਂ ਇਸ ਦੀ ਆਪਸ਼ਨ C ਸਹੀ ਹੈ 62 ਨੰਬਰ ਕੁਐਸਚਨ ਦੀ। ਨੈਕਸਟ ਕੁਐਸਚਨ ਵਿੱਚ ਪੁੱਛਿਆ ਗਿਆ, ਜਦੋਂ ਕੋਈ ਚਾਲਕ ਚੁੰਬਕੀ ਖੇਤਰ ਨੂੰ ਕੱਟਦਾ ਹੈ ਤਾਂ ਚਾਲਕ ਵਿੱਚ EMF ਪੈਦਾ ਹੋ ਜਾਂਦਾ ਹੈ, ਇਹ ਨਿਯਮ ਕਿਸ ਦੁਆਰਾ ਦਰਸਾਇਆ ਗਿਆ? ਆਪਸ਼ਨ A ਕੂਲਮ, B ਫਲੈਮਿੰਗ, C ਲੈਂਜ਼ ਔਰ D ਹੈਗਾ ਫੈਰਾਡੇ। ਤਾਂ ਜਦੋਂ ਕੋਈ ਚਾਲਕ ਯਾਨੀ ਕਿ ਕੋਈ ਕੰਡਕਟਰ ਚੁੰਬਕੀ ਖੇਤਰ ਨੂੰ ਕੱਟਦਾ ਹੈ ਤਾਂ ਉਸ ਵਿੱਚ EMF ਇੰਡਿਊਸ ਹੋ ਜਾਂਦੀ ਹੈ। ਤਾਂ ਇਹ ਨਿਯਮ ਫੈਰਾਡੇ ਦੁਆਰਾ ਜਿਹੜਾ ਦਿੱਤਾ ਗਿਆ। ਤਾਂ ਇਹ ਫੈਰਾਡੇ ਦੇ 2 ਲਾ ਨੇ। ਇਹ ਫਸਟ ਲਾ ਦੇ ਅਕੋਰਡਿੰਗ ਹੈ ਕਿ ਜਦੋਂ ਕੋਈ ਕੰਡਕਟਰ ਚੁੰਬਕੀ ਖੇਤਰ ਨੂੰ ਕੱਟਦਾ ਤਾਂ ਉਸ ਵਿੱਚ EMF ਇੰਡਿਊਸ ਹੋ ਜਾਂਦੀ ਹੈ। ਜਦੋਂ ਕਿ ਫੈਰਾਡੇ ਸੈਕਿੰਡ ਲਾ ਦੇ ਵਿੱਚ ਕੀ ਹੈ ਕਿ ਪੈਦਾ ਹੋਈ EMF ਡਿਪੈਂਡ ਕਰਦੀ ਹੈ ਰੇਟ ਆਫ ਚੇਂਜ ਔਰ ਜਿਹੜੀ ਲੈਂਥ ਆਫ ਕੰਡਕਟਰ ਤੇ। ਸੋ ਇੱਥੇ ਆਪਸ਼ਨ D ਇਸ ਕੁਐਸਚਨ ਦੀ ਸਹੀ ਹੈ, ਫੈਰਾਡੇ। ਨੈਕਸਟ ਕੁਐਸਚਨ ਹੈ, ਫਲੈਮਿੰਗ ਖੱਬੇ ਹੱਥ ਦੇ ਨਿਯਮ ਅਨੁਸਾਰ ਅੰਗੂਠਾ ਕੀ ਦਰਸਾਉਂਦਾ ਹੈ? ਯਾਨੀ ਕਿ ਫਲੈਮਿੰਗ ਲੈਫਟ ਹੈਂਡ ਰੂਲ ਦੀ ਗੱਲ ਕੀਤੀ ਹੈ ਇਸ ਕੁਐਸਚਨ ਦੇ ਵਿੱਚ। ਉਸ ਦੇ ਵਿੱਚ ਪੁੱਛਿਆ ਗਿਆ ਕਿ ਅੰਗੂਠਾ ਕੀ ਦਰਸਾਉਂਦਾ ਹੈਗਾ? ਆਪਸ਼ਨ A ਕਰੰਟ, B ਮੈਗਨੈਟਿਕ ਫੀਲਡ, C ਚਾਲਕ ਤੇ ਫੋਰਸ ਦੀ ਦਿਸ਼ਾ ਔਰ D ਵੋਲਟੇਜ। ਤਾਂ ਫਲੈਮਿੰਗ ਲੈਫਟ ਹੈਂਡ ਰੂਲ ਜਿਵੇਂ ਦਰਸਾਇਆ ਗਿਆ ਕਿ ਲੈਫਟ ਹੈਂਡ ਨੂੰ ਅਸੀਂ ਇਸ ਤਰ੍ਹਾਂ ਖੋਲ੍ਹਣਾ ਹੈ ਕਿ ਅੰਗੂਠਾ, ਫਸਟ ਫਿੰਗਰ ਔਰ ਮਿਡਲ ਫਿੰਗਰ ਇਹ ਇਸ ਤਰ੍ਹਾਂ ਹੋਣ ਕਿ ਆਪਸ ਵਿੱਚ 90 ਡਿਗਰੀ 'ਤੇ ਸ਼ੋ ਕਰਦੀਆਂ। ਤਾਂ ਜਿਹੜੀ ਫਸਟ ਫਿੰਗਰ ਹੈ ਉਹ ਮੈਗਨੈਟਿਕ ਲਾਈਨ ਨੂੰ ਦਰਸਾਉਂਦੀ ਹੈ ਕਿ ਕਿਸ ਸਾਈਡ ਨੇ, ਜਿਵੇਂ ਨਾਰਥ ਤੋਂ ਸਾਊਥ ਲਾਈਨਾਂ ਚੱਲਦੀਆਂ ਨੇ ਮੈਗਨੈਟ ਦੀਆਂ, ਉਸ ਫੀਲਡ ਦੀ ਦਿਸ਼ਾ ਨੂੰ ਦਰਸਾਉਂਦੀ ਹੈ। ਔਰ ਮਿਡਲ ਫਿੰਗਰ ਯਾਨੀ ਕਿ ਵੱਡੀ ਉਂਗਲੀ ਹੈ ਜਿਹੜੀ ਉਹ ਕਰੰਟ ਦੀ ਦਿਸ਼ਾ ਦਰਸਾਉਂਦੀ ਹੈ ਕਿ ਅਸੀਂ ਉਸ ਨੂੰ ਕਰੰਟ ਕਿਸ ਦਿਸ਼ਾ ਵਿੱਚ ਦੇ ਰਹੇ ਹਾਂ, ਕਰੰਟ ਦੇ ਰਹੇ ਹਾਂ ਜਾਂ ਕੰਡਕਟਰ ਉਸ 'ਚੋਂ ਕਰੰਟ ਵਾਪਸ ਆ ਰਿਹਾ।
ਤਾਂ ਉਸ ਸਮੇਂ ਜਿਹੜਾ ਅੰਗੂਠਾ ਹੈਗਾ ਉਹ ਫੋਰਸ ਦੱਸੇਗਾ ਕਿ ਜਿਹੜਾ ਕੰਡਕਟਰ ਹੈ ਉਹ ਉੱਪਰ ਨੂੰ ਜਾਏਗਾ ਜਾਂ ਨੀਚੇ ਵੱਲ ਨੂੰ। ਤਾਂ ਲੈਫਟ ਹੈਂਡ ਰੂਲ ਦੇ ਮੁਤਾਬਕ ਜਿਹੜਾ ਅੰਗੂਠਾ ਹੈਗਾ ਉਹ ਕੰਡਕਟਰ ਦੇ ਉੱਪਰ ਫੋਰਸ ਜਿਹੜੀ ਲੱਗਦੀ ਹੈ ਉਸ ਨੂੰ ਦਰਸਾਉਂਦਾ ਹੈਗਾ। ਤਾਂ ਇੱਥੇ ਜਿਹੜੀ ਆਪਸ਼ਨ ਹੈ ਉਹ ਸੀ ਦਰਸਾਈ ਗਈ ਹੈ। ਸੀ ਦੇ ਵਿੱਚ ਦੱਸਿਆ ਕਿ ਚਾਲਕ ਤੇ ਫੋਰਸ ਦੀ ਦਿਸ਼ਾ ਨੂੰ ਅੰਗੂਠਾ ਦਰਸਾਉਂਦਾ। ਤਾਂ ਆਪਸ਼ਨ ਇਸ ਦੀ ਸੀ ਸਹੀ ਹੈ। ਨੈਕਸਟ ਕੁਐਸਚਨ ਵਿੱਚ ਪੁੱਛਿਆ ਗਿਆ ਹੇਠ ਲਿਖਿਆਂ ਵਿੱਚੋਂ ਸਥਾਈ ਚੁੰਬਕ ਕਿਸ ਵਿੱਚ ਨਹੀਂ ਵਰਤੇ ਜਾਂਦੇ, ਯਾਨੀ ਕਿ ਸਥਾਈ ਚੁੰਬਕ ਪਰਮਾਨੈਂਟ ਮੈਗਨੇਟ ਨੂੰ ਕਹਿੰਦੇ ਹਾਂ ਅਸੀਂ, ਜਿਵੇਂ ਕਿ ਕਿੱਥੇ ਨਹੀਂ ਵਰਤੇ ਜਾਂਦੇ। ਆਪਸ਼ਨ ਲਾਊਡ ਸਪੀਕਰ, ਬੀ ਮੈਗਨੇਟੋ, ਸੀ ਚੁੰਬਕੀ ਸੂਈ ਔਰ ਡੀ ਟਰਾਂਸਫਾਰਮਰ। ਤਾਂ ਅਸੀਂ ਆਮ ਦੇਖਦੇ ਹਾਂ ਲਾਊਡ ਸਪੀਕਰ ਔਰ ਮੈਗਨੇਟੋ ਕਿਸ ਨੂੰ ਕਹਿੰਦੇ ਆ ਕਿ ਜਿਹੜਾ ਛੋਟਾ ਜਨਰੇਟਰ ਹੈ, ਡਾਇਨਮੋ ਕਹਿ ਦਿੰਦੇ ਆ, ਔਰ ਉਸ ਨੂੰ ਮੈਗਨੇਟੋ ਵੀ ਕਿਹਾ ਜਾਂਦਾ। ਸੀ ਚੁੰਬਕੀ ਸੂਈ ਯਾਨੀ ਕਿ ਮੈਗਨੈਟਿਕ ਕੰਪਾਸ। ਇਹ ਸਾਰਿਆਂ ਦੇ ਵਿੱਚ ਜਿਹੜੇ ਹੈਗੇ ਆ ਉਹ ਸਥਾਈ ਚੁੰਬਕ ਯਾਨੀ ਕਿ ਪਰਮਾਨੈਂਟ ਮੈਗਨੇਟ ਵਰਤੇ ਜਾਂਦੇ ਆ। ਔਰ ਜਿਹੜਾ ਡੀ ਆਪਸ਼ਨ ਹੈ ਟਰਾਂਸਫਾਰਮਰ, ਇਹਦੇ ਵਿੱਚ ਜਿਹੜਾ ਪਰਮਾਨੈਂਟ ਮੈਗਨੇਟ ਨਹੀਂ ਵਰਤਿਆ ਜਾਂਦਾ। ਤਾਂ ਆਪਸ਼ਨ ਇਸ ਦੀ ਡੀ ਸਹੀ ਹੈ 65 ਨੰਬਰ ਕੁਐਸਚਨ ਦੀ। ਨੈਕਸਟ ਕੁਐਸਚਨ ਹੈ ਹੇਠ ਦਿੱਤਿਆਂ ਵਿੱਚੋਂ ਕਿਹੜਾ ਫੈਰੋਮੈਗਨੈਟਿਕ ਪਦਾਰਥ ਹੈ। ਆਪਸ਼ਨ ਏ ਐਲੂਮੀਨੀਅਮ, ਬੀ ਕਾਪਰ, ਸੀ ਨਾਈਕ੍ਰੋਮ ਔਰ ਡੀ ਨਿਕਲ। ਤਾਂ ਫੈਰੋਮੈਗਨੈਟਿਕ ਪਦਾਰਥ ਉਹ ਹੁੰਦੇ ਆ ਜਿਹੜੇ ਕਿਸੇ ਚੁੰਬਕੀ ਪਦਾਰਥ ਵੱਲ ਬੜੀ ਤੇਜ਼ੀ ਨਾਲ ਖਿੱਚੇ ਜਾਂਦੇ ਆ। ਤਾਂ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਐਲੂਮੀਨੀਅਮ ਔਰ ਕਾਪਰ ਕੰਡਕਟਿੰਗ ਮਟੀਰੀਅਲ ਨੇ। ਜਿਹੜਾ ਸੀ ਹੈਗਾ ਨਾਈਕ੍ਰੋਮ, ਇਹ ਹੀਟਿੰਗ ਐਲੀਮੈਂਟ ਦੇ ਤੌਰ ਤੇ ਜਾਂ ਹੀਟਿੰਗ ਮਟੀਰੀਅਲ ਦੇ ਯੂਜ਼ ਕਰਦੇ ਆ। ਔਰ ਜਿਹੜਾ ਨਿਕਲ ਹੈਗਾ ਇਹ ਫੈਰੋਮੈਗਨੈਟਿਕ ਮਟੀਰੀਅਲ ਦੀ ਕੈਟਾਗਰੀ 'ਚ ਆਉਂਦਾ, ਜਿਹੜਾ ਕਿ ਚੁੰਬਕੀ ਪਦਾਰਥ ਵੱਲ ਬੜੀ ਤੇਜ਼ੀ ਨਾਲ ਖਿੱਚਿਆ ਜਾਂਦਾ। ਤਾਂ ਆਪਸ਼ਨ ਇਸ ਦੀ ਡੀ ਸਹੀ ਹੈ 66 ਨੰਬਰ ਕੁਐਸਚਨ ਦੀ। ਨੈਕਸਟ ਕੁਐਸਚਨ ਹੈ ਹਾਰਡ ਚੁੰਬਕੀ ਪਦਾਰਥ ਕਿੱਥੇ ਵਰਤਿਆ ਜਾਂਦਾ ਹੈ। ਆਪਸ਼ਨ ਏ ਇੰਡਕਸ਼ਨ ਮੋਟਰਾਂ ਵਿੱਚ, ਬੀ ਸਰਕਟ ਬ੍ਰੇਕਰ ਵਿੱਚ, ਸੀ ਸਥਾਈ ਚੁੰਬਕ ਬਣਾਉਣ ਲਈ ਔਰ ਡੀ ਉਪਰੋਕਤ ਸਾਰੀ। ਤਾਂ ਜਿਹੜਾ ਚੁੰਬਕੀ ਪਦਾਰਥ ਨੇ ਉਸ ਨੂੰ ਅਸੀਂ ਦੋ ਕੈਟਾਗਰੀ 'ਚ ਵੰਡਦੇ ਹਾਂ, ਜਿਹੜੇ ਹਾਰਡ ਮੈਗਨੈਟਿਕ ਮਟੀਰੀਅਲ ਔਰ ਜਿਹੜੇ ਸੌਫਟ ਮੈਗਨੈਟਿਕ ਮਟੀਰੀਅਲ। ਤਾਂ ਜਿਹੜੇ ਹਾਰਡ ਮੈਗਨੈਟਿਕ ਮਟੀਰੀਅਲ ਨੇ ਉਹ ਪਰਮਾਨੈਂਟ ਮੈਗਨੇਟ ਯਾਨੀ ਕਿ ਸਥਾਈ ਚੁੰਬਕ ਬਣਾਉਣ ਦੇ ਲਈ ਵਰਤੇ ਜਾਂਦੇ ਆ, ਕਿਉਂਕਿ ਜਿਹੜੇ ਇਹ ਵਾਲੇ ਪਦਾਰਥ ਨੇ, ਜਿਹੜੇ ਹਾਰਡ ਚੁੰਬਕੀ ਪਦਾਰਥ ਨੇ, ਇਹਨਾਂ ਦੀ ਖਾਸੀਅਤ ਹੈ ਕਿ ਜਦੋਂ ਅਸੀਂ ਇਸ ਨੂੰ ਮੈਗਨੇਟ ਬਣਾਉਂਦੇ ਆ, ਮੈਗਨੇਟਾਈਜ਼ਿੰਗ ਫੋਰਸ ਦਿੰਦੇ ਆ, ਤਾਂ ਇਹ ਮੈਗਨੈਟਿਕ ਪਾਵਰ ਲੈਣ ਤੋਂ ਬਾਅਦ ਆਪਣੇ ਅੰਦਰ ਮੈਗਨੈਟਿਕ ਜਿਹੜੀ ਪਾਵਰ ਆ ਉਸ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਦੇ ਹੈਗੇ ਆ। ਜਦੋਂ ਕਿ ਜਿਹੜੇ ਸੌਫਟ ਮਟੀਰੀਅਲ ਨੇ, ਸੌਫਟ ਮੈਗਨੈਟਿਕ ਮਟੀਰੀਅਲ ਨੇ, ਉਹ ਜਿੰਨਾ ਟਾਈਮ ਅਸੀਂ ਫੋਰਸ ਲਗਾਉਂਦੇ ਆ ਉਹਨਾਂ ਟਾਈਮ ਉਹ ਮੈਗਨੇਟਾਈਜ਼ ਰਹਿੰਦੇ ਆ, ਔਰ ਜਦੋਂ ਅਸੀਂ ਉਸ ਤੋਂ ਫੋਰਸ ਹਟਾ ਦਿੰਦੇ ਆ ਤਾਂ ਮੈਗਨੇਟਾਈਜ਼ਿੰਗ ਉਹਨਾਂ ਦੀ ਪਾਵਰ ਖਤਮ ਹੋ ਜਾਂਦੀ ਆ। ਸੋ ਅਸੀਂ ਇਸ ਲਈ ਜਿਹੜਾ ਹਾਰਡ ਮੈਗਨੈਟਿਕ ਮਟੀਰੀਅਲ ਯੂਜ਼ ਕਰਦੇ ਆ ਉਹ ਪਰਮਾਨੈਂਟ ਮੈਗਨੇਟ ਯਾਨੀ ਕਿ ਸਥਾਈ ਚੁੰਬਕ ਬਣਾਉਣ ਲਈ। ਸੋ ਇਸ ਦੀ ਆਪਸ਼ਨ ਸੀ ਸਹੀ ਹੈ। ਨੈਕਸਟ ਕੁਐਸਚਨ ਜਿਨ੍ਹਾਂ ਪਦਾਰਥਾਂ ਦੀ ਰਿਟੈਂਟਿਵਿਟੀ ਜ਼ਿਆਦਾ ਹੁੰਦੀ ਹੈ ਉਹਨਾਂ ਦੀ ਵਰਤੋਂ ਡੈਸ਼ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਆਪਸ਼ਨ ਏ ਇਲੈਕਟ੍ਰੋਮੈਗਨੇਟ, ਬੀ ਬਾਰ ਮੈਗਨੇਟ, ਸੀ ਪੈਰਾ ਮੈਗਨੇਟ ਜਾਂ ਚੁੰਬਕ ਕਹਿ ਸਕਦੇ ਹਾਂ, ਔਰ ਡੀ ਉਪਰੋਕਤ ਸਾਰੇ। ਤਾਂ ਇਸ ਦੇ ਵਿੱਚ ਰਿਟੈਂਟਿਵਿਟੀ ਕਿਸ ਨੂੰ ਕਹਿੰਦੇ ਆ ਕਿ ਪਦਾਰਥ ਦਾ ਉਹ ਗੁਣ ਜਦੋਂ ਅਸੀਂ ਬਾਹਰੋਂ ਕੋਈ ਫੋਰਸ ਲਗਾਉਂਦੇ ਆ ਤਾਂ ਉਹਦੇ ਵਿੱਚ ਜਿਹੜੀ ਮੈਗਨੈਟਿਕ ਫੀਲਡ ਦੀ ਉਸਦੇ ਅੰਦਰ ਰੱਖਣ ਦੀ ਸਮਰੱਥਾ ਹੈਗੀ ਆ, ਉਸ ਨੂੰ ਅਸੀਂ ਰਿਟੈਂਟਿਵਿਟੀ ਕਹਿੰਦੇ ਆ। ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਜਿਹੜੇ ਹਾਰਡ ਮਟੀਰੀਅਲ ਨੇ ਉਹਨਾਂ ਦੀ ਜਿਹੜੀ ਪਾਵਰ ਜ਼ਿਆਦਾ ਹੁੰਦੀ ਆ ਆਪਣੇ ਅੰਦਰ ਮੈਗਨੈਟਿਕ ਫੀਲਡ ਨੂੰ ਰੱਖਣ ਦੀ ਔਰ ਲੰਬੇ ਸਮੇਂ ਤੱਕ ਰੱਖਣ ਲਈ। ਸੋ ਉਸ ਨੂੰ ਅਸੀਂ ਰਿਟੈਂਟਿਵਿਟੀ ਉਸ ਗੁਣ ਨੂੰ ਕਹਿ ਦਿੰਦੇ ਆ। ਤਾਂ ਉਸ ਦੇ ਵਿੱਚ ਜਿਹੜਾ ਹੈਗਾ ਆਪਸ਼ਨ ਏ ਇਲੈਕਟ੍ਰੋਮੈਗਨੇਟ, ਬੀ ਬਾਰ ਮੈਗਨੇਟ ਔਰ ਸੀ ਪੈਰਾ ਮੈਗਨੇਟ। ਤਾਂ ਇਸ ਦੇ ਵਿੱਚ ਜਿਹੜੀ ਬਾਰ ਮੈਗਨੇਟ ਆ ਇਹ ਅਸੀਂ ਜਿਹੜੇ ਪਰਮਾਨੈਂਟ ਮੈਗਨੇਟ ਬਣਾਉਣੇ ਆ, ਜਿਹੜੇ ਸਥਾਈ ਚੁੰਬਕ ਬਣਾਉਣੇ ਆ, ਉਸ ਦੇ ਲਈ ਇਹ ਮਟੀਰੀਅਲ ਵਰਤਿਆ ਜਾਂਦਾ। ਬਾਰ ਮੈਗਨੇਟ ਉੱਥੋਂ ਬਣਾਉਣੇ ਆ। ਸੋ ਇਸ ਦਾ ਜਿਹੜੀ ਆਪਸ਼ਨ ਹੈ ਉਹ ਪਦਾਰਥ ਜਿਨ੍ਹਾਂ ਦੀ ਜ਼ਿਆਦਾ ਰਿਟੈਂਟਿਵਿਟੀ ਹੁੰਦੀ ਆ ਉਸ ਦੀ ਵਰਤੋਂ ਅਸੀਂ ਬਾਰ ਮੈਗਨੇਟ ਬਣਾਉਣ ਦੇ ਲਈ ਕਰਦੇ ਹਾਂ, ਜਿਹੜੇ ਇੱਕ ਸਥਾਈ ਮੈਗਨੇਟ ਜਾਂ ਪਰਮਾਨੈਂਟ ਮੈਗਨੇਟ ਦਾ ਇੱਕ ਰੂਪ ਹੈਗੇ ਆ। ਸੋ ਆਪਸ਼ਨ ਇਸ ਦੀ ਬੀ ਸਹੀ ਹੈ। ਨੈਕਸਟ ਹੈਗਾ ਚੁੰਬਕੀ ਸਰਕਟ ਵਿੱਚ ਪਰਮੇਬਿਲਿਟੀ ਇਲੈਕਟ੍ਰੀਕਲ ਸਰਕਟ ਵਿੱਚ ਕਿਸ ਨਾਲ ਮੇਲ ਖਾਂਦੀ ਹੈ। ਯਾਨੀ ਕਿ ਇਲੈਕਟ੍ਰੀਕਲ ਸਰਕਟ ਔਰ ਚੁੰਬਕੀ ਸਰਕਟ ਦੀ ਜਿਹੜੀ ਤੁਲਨਾ ਕੀਤੀ ਗਈ ਹੈ ਉਸ ਦੇ ਵਿੱਚ ਜਿਹੜੀ ਪਰਮੇਬਿਲਿਟੀ ਹੈ ਚੁੰਬਕੀ ਪਦਾਰਥ ਦੇ ਵਿੱਚ ਉਸ ਦੀ ਪੁੱਛਿਆ ਗਿਆ ਕਿ ਇਲੈਕਟ੍ਰੀਕਲ ਸਰਕਟ ਵਿੱਚ ਕਿਸ ਨਾਲ ਮੇਲ ਖਾਂਦੀ ਹੈ। ਆਪਸ਼ਨ ਏ ਰਜਿਸਟਿਵਿਟੀ, ਆਪਸ਼ਨ ਬੀ ਕੰਡਕਟਿਵਿਟੀ, ਸੀ ਪਰਮਿਟਿਵਿਟੀ ਔਰ ਡੀ ਉਪਰੋਕਤ ਕੋਈ ਵੀ ਨਹੀਂ।
ਤਾਂ ਇਹਨਾਂ ਦੇ ਵਿੱਚੋਂ ਜਿਹੜੀ ਪਰਮੇਬਿਲਿਟੀ ਹੈ ਉਹ ਹੈ ਕੀ ਹੈ ਕਿ ਚੁੰਬਕੀ ਪਦਾਰਥ ਦੇ ਅੰਦਰ ਹਵਾ ਦੇ ਮੁਕਾਬਲੇ ਉਹ ਆਪਣੇ ਅੰਦਰੋਂ ਕਿੰਨੀ ਮੈਗਨੈਟਿਕ ਲਾਈਨਸ ਨੂੰ ਲੰਘਾ ਸਕਦੀ ਹੈ, ਉਸ ਨੂੰ ਅਸੀਂ ਪਰਮੇਬਿਲਿਟੀ ਕਹਿੰਦੇ ਆ। ਇਸੇ ਤਰ੍ਹਾਂ ਇਲੈਕਟ੍ਰੀਕਲ ਸਰਕਟ ਦੇ ਵਿੱਚ ਕੰਡਕਟਿਵਿਟੀ ਆ ਜਾਂਦੀ ਹੈ ਕਿ ਕੋਈ ਕੰਡਕਟਰ ਆਪਣੇ ਵਿੱਚੋਂ ਕਿੰਨਾ ਕਰੰਟ ਆਸਾਨੀ ਨਾਲ ਲੰਘਾ ਸਕਦਾ ਬਿਨਾਂ ਕਿਸੇ ਰੁਕਾਵਟ ਦੇ। ਸੋ ਜਿਹੜਾ ਇਸ ਦੇ ਵਿੱਚ ਪੁੱਛਿਆ ਗਿਆ ਕਿ ਪਰਮੇਬਿਲਿਟੀ ਇਲੈਕਟ੍ਰੀਕਲ ਸਰਕਟ ਦੇ ਵਿੱਚ ਕਿਸ ਨਾਲ ਮੇਲ ਖਾਂਦੀ ਹੈ, ਤਾਂ ਆਪਸ਼ਨ ਇਸ ਦੀ ਬੀ ਸਹੀ ਹੈ, ਕੰਡਕਟਿਵਿਟੀ। ਨੈਕਸਟ ਕੁਐਸਚਨ ਪੁੱਛਿਆ ਗਿਆ, ਚੁੰਬਕ ਦੇ ਬਾਹਰ ਚੁੰਬਕੀ ਰੇਖਾਵਾਂ ਦਾ ਵਹਾਅ ਕਿਸ ਤਰ੍ਹਾਂ ਹੁੰਦਾ ਹੈ? ਆਪਸ਼ਨ ਏ ਨਾਰਥ ਪੋਲ ਤੋਂ ਖਾਲੀ ਸਥਾਨ ਵੱਲ, ਆਪਸ਼ਨ ਬੀ ਸਾਊਥ ਪੋਲ ਤੋਂ ਨਾਰਥ ਪੋਲ ਵੱਲ, ਔਰ ਸੀ ਨਾਰਥ ਪੋਲ ਤੋਂ ਸਾਊਥ ਪੋਲ ਵੱਲ, ਔਰ ਡੀ ਉਪਰੋਕਤ ਕੋਈ ਵੀ ਨਹੀਂ। ਜਿਵੇਂ ਅਸੀਂ ਇੱਥੇ ਜਾਣਦੇ ਹਾਂ ਕਿ ਇੱਕ ਚੁੰਬਕ ਚਾਹੇ ਉਹ ਪਰਮਾਨੈਂਟ ਮੈਗਨੇਟ ਹੈ ਚਾਹੇ ਉਹ ਇਲੈਕਟ੍ਰੋਮੈਗਨੇਟ ਹੈ, ਤਾਂ ਜਿਹੜੀਆਂ ਇਸ ਦੀਆਂ ਲਾਈਨਾਂ ਨੇ ਉਹ ਨਾਰਥ ਪੋਲ ਤੋਂ ਚੁੰਬਕ ਦੇ ਬਾਹਰ ਨਾਰਥ ਪੋਲ ਤੋਂ ਸਾਊਥ ਪੋਲ ਵੱਲ ਨੂੰ ਉਹਨਾਂ ਦਾ ਵਹਾਅ ਹੁੰਦਾ ਹੈਗਾ। ਸੋ ਇਹ ਜਿਹੜਾ ਵਹਾਅ ਹੈਗਾ ਇਹ ਨਾਰਥ ਪੋਲ ਤੋਂ ਸਾਊਥ ਪੋਲ ਚੁੰਬਕ ਦੇ ਬਾਹਰ ਹੈ, ਔਰ ਚੁੰਬਕ ਦੇ ਜੇ ਅੰਦਰ ਪੁੱਛਿਆ ਜਾਵੇ, ਜਿਵੇਂ ਇੱਥੇ ਚੁੰਬਕ ਦੇ ਬਾਹਰ ਪੁੱਛਿਆ ਤਾਂ ਇਹ ਨਾਰਥ ਪੋਲ ਤੋਂ ਸਾਊਥ ਪੋਲ ਵੱਲ ਹੁੰਦਾ, ਤਾਂ ਜੇ ਅੰਦਰ ਪੁੱਛਿਆ ਜਾਵੇ ਚੁੰਬਕ ਦੇ ਅੰਦਰ ਤਾਂ ਸਾਊਥ ਪੋਲ ਤੋਂ ਨਾਰਥ ਪੋਲ ਵੱਲ। ਸੋ ਕੁਐਸਚਨ ਦਾ ਅਸੀਂ ਪਹਿਲਾਂ ਦੇਖਣਾ ਕਿ ਇਸ ਦੇ ਵਿੱਚ ਪੁੱਛਿਆ ਕੀ ਗਿਆ। ਇੱਥੇ ਬਾਹਰ ਪੁੱਛਿਆ ਤਾਂ ਅਸੀਂ ਕਹਾਂਗੇ ਨਾਰਥ ਪੋਲ ਤੋਂ ਸਾਊਥ ਪੋਲ ਵੱਲ, ਤਾਂ ਆਪਸ਼ਨ ਇਸ ਦੀ ਸੀ ਸਹੀ ਹੈ, ਨਾਰਥ ਪੋਲ ਤੋਂ ਸਾਊਥ ਪੋਲ ਵੱਲ। ਤਾਂ ਜੇਕਰ ਚੁੰਬਕ ਦੇ ਅੰਦਰ ਪੁੱਛਿਆ ਜਾਵੇ ਫਿਰ ਸਾਊਥ ਪੋਲ ਤੋਂ ਨਾਰਥ ਪੋਲ ਵੱਲ ਅਸੀਂ ਇਸ ਦਾ ਆਨਸਰ ਦੇਣਾ ਹੈਗਾ। ਨੈਕਸਟ ਜਨਰੇਟਰ ਬਾਰੇ ਪੁੱਛਿਆ ਗਿਆ, ਜਨਰੇਟਰ ਵਿੱਚ ਇੰਡਿਊਸ ਜਿਹੜਾ ਕਰੰਟ ਹੈਗਾ ਉਸ ਦੀ ਦਿਸ਼ਾ ਕਿਸ ਤੇ ਨਿਰਭਰ ਕਰਦੀ ਹੈ? ਆਪਸ਼ਨ ਏ ਹੈਗਾ ਚਾਲਕ ਦੀ ਲੰਬਾਈ ਤੇ, ਆਪਸ਼ਨ ਬੀ ਚਾਲਕ ਨੂੰ ਘੁਮਾਉਣ ਦੀ ਤਾਕਤ ਤੇ ਕਿ ਕਿੰਨੀ ਅਸੀਂ ਤੇਜ਼ੀ ਨਾਲ ਉਹਨੂੰ ਘੁਮਾ ਰਹੇ ਹਾਂ, ਸੀ ਹੈਗਾ ਚੁੰਬਕੀ ਖੇਤਰ ਦੀ ਤਾਕਤ ਤੇ ਯਾਨੀ ਕਿ ਚੁੰਬਕੀ ਖੇਤਰ ਜਿਹੜਾ ਹੈਗਾ ਉਹ ਕਿੰਨਾ ਸਟਰੋਂਗ ਹੈਗਾ, ਔਰ ਆਪਸ਼ਨ ਡੀ ਹੈਗੀ ਆ ਚੁੰਬਕੀ ਖੇਤਰ ਦੀ ਦਿਸ਼ਾ ਤੇ। ਜਿਵੇਂ ਇੱਕ ਫੈਰਾਡੇ ਲਾਅ ਅਨੁਸਾਰ ਅਸੀਂ ਪਹਿਲਾਂ ਜਾਣਿਆ ਸੀ ਕਿ ਇੱਕ ਚੁੰਬਕੀ ਖੇਤਰ ਵਿੱਚ ਜਦੋਂ ਕੰਡਕਟਰ ਨੂੰ ਘੁਮਾਇਆ ਜਾਂਦਾ, ਜਿਵੇਂ ਨਾਰਥ ਪੋਲ ਔਰ ਸਾਊਥ ਪੋਲ ਹੈ, ਮੈਗਨੈਟਿਕ ਲਾਈਨ ਨੇ ਉਹ ਨਾਰਥ ਪੋਲ ਤੋਂ ਸਾਊਥ ਪੋਲ ਵੱਲ ਜਾਂਦੀਆਂ ਨੇ, ਔਰ ਜਿਹੜਾ ਇਸ ਦੇ ਅੰਦਰ ਕੰਡਕਟਰ ਨੂੰ ਰੋਟੇਟ ਕਰਾਂਗੇ ਘੁਮਾਵਾਂਗੇ ਉਸ ਦੇ ਵਿੱਚ ਜਿਹੜੀ EMF ਇੰਡਿਊਸ ਹੋਏਗੀ, ਯਾਨੀ ਕਿ ਫੈਰਾਡੇ ਲਾਅ ਅਨੁਸਾਰ ਮੈਗਨੈਟਿਕ ਲਾਈਨ ਨੂੰ ਜਦੋਂ ਕੋਈ ਕੰਡਕਟਰ ਕੱਟ ਕਰਦਾ, ਜਦੋਂ ਅਸੀਂ ਕੰਡਕਟਰ ਨੂੰ ਘੁਮਾਵਾਂਗੇ ਤਾਂ ਇਸ ਦੇ ਵਿੱਚ EMF ਇੰਡਿਊਸ ਹੋ ਜਾਏਗੀ। ਫਿਰ ਇਹ ਪੁੱਛਿਆ ਗਿਆ ਕਿ ਇੰਡਿਊਸ ਕਰੰਟ ਦੀ ਦਿਸ਼ਾ ਕਿਹੜੀ ਹੋਵੇਗੀ, ਇਹ ਕਰੰਟ ਇਧਰੋਂ ਜਾ ਰਿਹਾ ਦੂਸਰੀ ਸਾਈਡ ਤੋਂ ਆ ਰਿਹਾ ਜਾਂ ਇਧਰੋਂ ਜਾ ਕੇ ਦੂਸਰੀ ਸਾਈਡ ਤੋਂ ਵਾਪਸ ਆ ਰਿਹਾ, ਤਾਂ ਇਹ ਕਿਸ ਤੇ ਡਿਪੈਂਡ ਕਰੇਗੀ? ਇਹ ਜਿਹੜਾ ਚੁੰਬਕੀ ਖੇਤਰ ਦੀ ਦਿਸ਼ਾ ਤੇ, ਜਿਹੜਾ ਨਾਰਥ ਪੋਲ ਤੋਂ ਸਾਊਥ ਪੋਲ ਹੈ, ਜੇ ਅਸੀਂ ਇਧਰ ਨਾਰਥ ਪੋਲ ਔਰ ਦੂਸਰੀ ਸਾਈਡ ਸਾਊਥ ਪੋਲ ਬਣਾ ਦਾਂਗੇ ਤਾਂ ਕਰੰਟ ਦੀ ਦਿਸ਼ਾ ਵੀ ਬਦਲ ਜਾਵੇਗੀ ਜਿਹੜਾ ਇੰਡਿਊਸ ਹੋਇਆ। ਤਾਂ ਜਿਹੜਾ ਇਸ ਕੁਐਸਚਨ ਦਾ ਆਨਸਰ ਪੁੱਛਿਆ ਗਿਆ ਉਹ ਆਪਸ਼ਨ ਡੀ ਹੈਗਾ, ਚੁੰਬਕੀ ਖੇਤਰ ਦੀ ਦਿਸ਼ਾ ਤੇ ਨਿਰਭਰ ਕਰਦੀ ਹੈ ਇੰਡਿਊਸ EMF ਕਰੰਟ ਦੀ ਦਿਸ਼ਾ। ਜੇ ਅਸੀਂ ਪੋਲ ਚੇਂਜ ਕਰ ਦਾਂਗੇ, ਫੀਲਡ ਪੋਲ ਚੇਂਜ ਕਰ ਦਾਂਗੇ ਤਾਂ ਜਿਹੜਾ ਕਰੰਟ ਇੰਡਿਊਸ ਹੋਇਆ ਉਸ ਦੀ ਦਿਸ਼ਾ ਵੀ ਬਦਲ ਜਾਵੇਗੀ। ਤਾਂ ਆਪਸ਼ਨ ਇਸ ਦੀ ਡੀ ਸਹੀ ਹੈ, ਚੁੰਬਕੀ ਖੇਤਰ ਦੀ ਦਿਸ਼ਾ ਤੇ ਨਿਰਭਰ ਕਰਦੀ ਹੈ। ਨੈਕਸਟ ਕੁਐਸਚਨ ਹੈ, ਇਲੈਕਟ੍ਰੀਕਲ ਮਸ਼ੀਨਾਂ ਵਿੱਚ ਸਿਲੀਕਾਨ ਸਟੀਲ ਦੀ ਕੋਰ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? ਇਲੈਕਟ੍ਰੀਕਲ ਮਸ਼ੀਨ ਮੀਨਸ ਜਿਹੜੇ ਟਰਾਂਸਫਾਰਮਰ, ਮੋਟਰ, ਜਨਰੇਟਰ, ਅਲਟਰਨੇਟਰ ਆ ਜਾਂਦੇ ਆ। ਸੋ ਇਹਨਾਂ ਦੇ ਵਿੱਚ ਜਿਹੜਾ ਸਿਲੀਕਾਨ ਸਟੀਲ ਦੀ ਕੋਰ ਅਸੀਂ ਕਿਉਂ ਵਰਤਦੇ ਹੈਗੇ ਆ, ਇਸ ਦੇ ਬਾਰੇ ਪੁੱਛਿਆ ਗਿਆ। ਆਪਸ਼ਨ ਏ ਹੈ ਘੱਟ ਰਿਟੈਂਟਿਵਿਟੀ ਲਈ, ਬੀ ਜਿਹੜੀ ਹੈ ਕ੍ਰੀਏਸਿਟਿਵਿਟੀ ਘੱਟ ਕਰਨ ਲਈ, ਔਰ ਸੀ ਹੈਗਾ ਹਿਸਟੈਰਿਸਿਸ ਲਾਸ ਘੱਟ ਕਰਨ ਲਈ, ਔਰ ਡੀ ਉਪਰੋਕਤ ਕੋਈ ਵੀ ਨਹੀਂ। ਤਾਂ ਜਿਹੜਾ ਸਿਲੀਕਾਨ ਸਟੀਲ ਹੈਗਾ ਉਸ ਦੇ ਵਿੱਚ ਅਸੀਂ ਹਿਸਟੈਰਿਸਿਸ ਲਾਸ ਨੇ, ਜਿਹੜੇ ਕਿ ਇੱਕ ਜਦੋਂ ਕਿਸੇ ਮੈਗਨੈਟਿਕ ਮਟੀਰੀਅਲ ਨੂੰ ਅਸੀਂ ਸਪਲਾਈ ਦਿੰਦੇ ਆ ਤਾਂ ਉਹ ਉਦੋਂ ਮੈਗਨੈਟਿਕ ਪਾਵਰ ਨੂੰ ਗ੍ਰਹਿਣ ਕਰ ਲੈਂਦਾ, ਲੇਕਿਨ ਜਦੋਂ ਅਸੀਂ ਪਾਵਰ ਹਟਾਉਂਦੇ ਆ ਤਾਂ ਉਹਦੀ ਮੈਗਨੈਟਿਕ ਪਾਵਰ ਵੀ ਖਤਮ ਹੋ ਜਾਣੀ ਚਾਹੀਦੀ ਹੈ, ਲੇਕਿਨ ਉਸ ਦੇ ਅੰਦਰ ਕੁਝ ਜਿਹੜੀ ਮੈਗਨੈਟਿਕ ਪਾਵਰ ਰਹਿ ਜਾਂਦੀ ਆ, ਲੇਕਿਨ ਸਾਡੀ ਜਿਹੜੀ ਵੇਵ ਹੈ ਉਹ ਚੇਂਜ ਹੋ ਜਾਂਦੀ ਹੈ। ਜਿਹੜੀ ਵੇਵ ਚੇਂਜ ਹੋਣ ਤੇ ਔਰ ਉਸ ਦੀ ਮੈਗਨੈਟਿਕ ਪਾਵਰ 0 ਹੋਣੀ ਚਾਹੀਦੀ ਹੈ, ਲੇਕਿਨ ਜਿਹੜੀ ਮੈਗਨੈਟਿਕ ਪਾਵਰ ਰਹਿ ਗਈ ਉਹਨੂੰ ਖਤਮ ਕਰਨ ਤੇ ਜਿਹੜੀ ਸਾਡੀ ਪਾਵਰ ਲੱਗੀ ਹੈ, ਇਲੈਕਟ੍ਰੀਕਲ એનર્ਜੀ ਖਪਤ ਕਰਨ ਤੇ ਲੱਗੀ ਹੈ, ਤਾਂ ਉਹ ਵਾਲੇ ਜਿਹੜੇ ਲਾਸਿਸ ਨੇ ਉਸ ਨੂੰ ਅਸੀਂ ਹਿਸਟੈਰਿਸਿਸ ਲਾਸ ਕਹਿ ਦਿੰਦੇ ਆ। ਤਾਂ ਉਹਨਾਂ ਨੂੰ ਘੱਟ ਕਰਨ ਦੇ ਲਈ ਅਸੀਂ ਸਿਲੀਕਾਨ ਸਟੀਲ ਯੂਜ਼ ਕਰਦੇ ਹਾਂ। ਤਾਂ ਆਪਸ਼ਨ ਇਸ ਦੀ ਸੀ ਸਹੀ ਹੈ,
72 ਨੰਬਰ ਕੁਐਸਚਨ ਦੀ। ਨੈਕਸਟ ਪੁੱਛਿਆ ਗਿਆ MMF यानी कि मैग्नेटोमोटिव फोर्स दा यूनिट की है। ऑप्शन ए है एम्पीयर टर्न ओवर मीटर, बी हैगा एम्पीयर टर्न, सी हैगा हैनरी, डी वैबर ओवर एम्पीयर। तो जी मैग्नेटोमोटिव फोर्स दा यूनिट है वो एम्पीयर इंटू टर्न हैगा, यानी कि किन्ने एम्पीयर असी करंट दे रहे हैं और उस कोयल दी टर्न किन्नियां ने, तो उसनों असी MMF दा जिहड़ा यूनिट कह दिंदे आ एम्पीयर टर्न। तो ऑप्शन इस दी बी सही है। नैक्सट क्वेश्चन मैगनैटिक लाइन का योग की अखवाउंदा है, यानी कि टोटल जिहड़ियां मैगनैटिक लाइन ने उन्होंने असी की कह दिंदे आ। ऑप्शन ए है रिलैक्टेंस, बी हैगा मैगनैटिक फ्लक्स, सी हैगा रिटेंटिविटी और डी हैगा फ्लक्स डिस्टॉर्शन। तो जिहड़ा मैगनैटिक फ्लक्स है वो असी मैगनैटिक लाइनां का जिहड़ा योग है, यानी कि टोटल मैगनैटिक लाइन ने उन्होंने असी मैगनैटिक फ्लक्स कह दिंदे आ। तो ऑप्शन इस दी बी सही है। नैक्सट क्वेश्चन है जेकर मैगनेट नूं उल्ट मैगनेटाइज फील्ड विच रखिया जाए तो की होवेगा। ऑप्शन ए है कमज़ोर हो जाएगा, बी ताकतवर मैगनेट बन जाता है, सी मैगनैटिक ताकत विच कोई अंतर नहीं आएगा यानी कि स्थिर होएगा, और डी हैगा डीमैगनेटाइज हो जाएगा। इस दे विच जिहड़ा आंसर है ਜਦੋਂ ਅਸੀਂ ਕਿਸੇ मैगनेट ਨੂੰ ਉਸ ਤੋਂ उल्ट मैगनैटिक फील्ड ਦੇ ਵਿੱਚ ਰੱਖਦੇ ਹਾਂ ਤਾਂ ਉਹ ਡੀਮੈਗਨੇਟਾਈਜ਼ ਹੋ ਜਾਵੇਗਾ। ਤਾਂ ਆਪਸ਼ਨ ਇਸ ਦੀ डी सही है क्वेश्चन नंबर 75 दी। सो उम्मीद करते हैं ਤੁਹਾਨੂੰ इस वीडियो तो बहुत सारी जानकारी मिली होगी, और ਜਿਹੜੇ साथी इस चैनल ਤੇ ਨਵੇਂ ਨੇ ਉਹ इस चैनल ਨੂੰ ਜ਼ਰੂਰ सबसक्राइब कर ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। और वीडियो ਨੂੰ लास्ट तक ਵੇਖਣ ਲਈ थैंक यू वेरी मच।